सतनाम वाहिगुरु साहिब जीओ। जैत श्री महला पंजवा। कोई जन हर्षों देवा जोर। चरण गहो बको शुभ रसना। दीजै प्राण अकोर। रहाऊ मन तन निर्मल करत क्यारो। हर सिंचै सुधा सुंजोर। या रस में मगन होत कृपात। महाविख्याते तोर। आयो शरण दीन दुख भंजन। चितवा तुम्हारी ओर। अभय पद दान सिमरन स्वामी को। प्रभ नानक बंधन छोर। अभय पद दान सिमरन स्वामी को। प्रभ नानक बंधन छोर। वाहिगुरु जी का खालसा वाहिगुरु जी की फतेह। अति सन्मान सत्कारयोग चवर छत्र तख्त दे मालक धन धन साहिब श्री गुरु ग्रंथ पातशाह महाराज जी की पावन पवित्र हजूरी अंदर अमृत वेले के पावन दीवाना की अरंभता अमृत वेले तो हुई गुरबाणी के प्रवाह। रब्बी बाणी के हर जस कीर्तन गुरु की हजूरी अंदर अरदास बेनती अते अमृत वेले के पावन हुक्मनामा साहब जो सतगुरां ने बख्शिश कीते हैं। असां सारियां ने हुणे ही सरवण कीते हैं। इसे ही पावन शब्द दी विचार का वक्त है। गुरु बाबा जी आप वर्त के मिहर करके इस पावन शब्द की विचार आप ही करवा लें। आओ इस पावन शब्द की विचार तो पहला एक बार रसना पवित्र करिए जी। सतनाम वाहिगुरु सतनाम वाहिगुरु सतनाम वाहिगुरु सतनाम वाहिगुरु। साहिब श्री गुरु अर्जन पातशाह महाराज जिन्हां दे पावन शब्द राग जैत श्री अंदर हैं अते गुरु ग्रंथ पातशाह महाराज जी की मुबारक अंक 701 अते 702 ते सुभाएमान हैं। साहिब महाराज बख्शिश करते ने पहलियां पंक्तियां राव दी पंक्तियां ने कोई जन हरसों देवै जोर। चरण गहों बको शुभ रसना दीजे प्राण अकोर। पंक्तियां गुरु के हुक्म बचन जड़े ने कोई जन गुरु बाबा जी कहते कोई रब का जन प्यारा ऐसा होवे जिहड़ा मैनू भी हर दे नाल जोड़ दे वाहिगुरू नाल जोड़ दे।
ਜ਼ੋਰ ਤਾਕਤ ਵੀ ਹੁੰਦਾ ਹੈ, ਜੋੜ ਵੀ ਹੁੰਦਾ ਹੈ। ਗੁਰੂ ਮਹਾਰਾਜ ਕਹਿੰਦੇ ਕੋਈ ਐਸਾ ਜਨ ਹੋਵੇ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੇ ਸਮਾਹੀ। ਜਨ ਐਸਾ ਚਾਹੀਦਾ ਹੈ ਜੈਸਾ ਉਹ ਆਪ ਹੀ ਹੈ। ਕਹਿੰਦੇ ਉਹ ਜਨ ਜਿਹੜਾ ਖੁਦ ਜੁੜਿਆ ਹੋਵੇ ਉਹੀ ਦੂਸਰੇ ਨੂੰ ਹਰੀ ਦੇ ਨਾਲ ਜੋੜ ਸਕਦਾ। ਕੋਈ ਜਨ ਹੋਵੇ, ਹਰ ਜਨ ਕੈਸਾ ਚਾਹੀਏ ਜੈਸਾ ਹਰੀ ਹੋਏ। ਬਾਬਾ ਜੀ ਕਹਿੰਦੇ ਜੈਸਾ ਰੱਬ ਦਾ ਸੁਭਾਅ ਹੈ, ਜੈਸਾ ਉਸ ਵਾਹਿਗੁਰੂ ਦਾ ਸੁਭਾਅ ਹੈ, ਉਸ ਉਸੇ ਰੱਬ ਦੇ ਪਿਆਰੇ ਦਾ ਹੋਵੇ। ਐਸਾ ਕੋਈ ਜਨ ਮਿਲ ਜਾਏ, ਐਸਾ ਕੋਈ ਪਿਆਰਾ ਮਿਲ ਜਾਏ ਜਿਹੜਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ। ਗੁਰੂ ਅਰਜਨ ਪਾਤਸ਼ਾਹ ਐਸੀ ਤਾਂਘ ਰੂਪਿਕ ਅਵਸਥਾ ਵਿੱਚ ਆਵਾਜ਼ ਮਾਰਦੇ ਨੇ। ਜੇ ਇੰਝ ਕਹਿ ਲਈਏ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤਾਂ ਆਪ ਜੁੜੇ ਹੋਏ ਹਨ, ਹੋਰਾਂ ਨੂੰ ਅਨੰਤਾਂ ਨੂੰ ਜੋੜ ਗਏ ਹਨ, ਪਰ ਇਹ ਤਾਂ ਇੱਕ ਆਪਣੇ ਤੇ ਢਾਲ ਕੇ ਸਾਡੇ ਹਿਰਦੇ 'ਚੋਂ ਆਵਾਜ਼ ਆਏ, ਕੋਈ ਜਨ ਹਰਿ ਸਿਉ ਦੇਵੈ ਜੋਰ। ਇੱਕ ਬੇਨਤੀ ਹੋਰ ਕਰਾਂ, ਇਹ ਸਾਡੀ ਹਾਲਤ ਹੈ, ਪਰ ਜੇ ਕੋਈ ਮਨੁੱਖ ਟੁੱਟਿਆ ਹੋਵੇ ਤੇ ਉਹੀ ਜੁੜਨ ਦੇ ਲਈ ਉਤਾਵਲਾ ਹੋਵੇਗਾ ਨਾ, ਤਾਂ ਇਹਦਾ ਭਾਵ ਹੀ ਇਹ ਤਾਂ ਹੀ ਆਵਾਜ਼ ਮਾਰੀ ਜਾ ਰਹੀ ਹੈ ਵੀ ਸਤਿਗੁਰੂ ਜੀ ਕੋਈ ਐਸਾ ਜਨ ਹੋਵੇ, ਐਸਾ ਪਿਆਰਾ ਹੋਵੇ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ, ਉਹਦੇ ਨਾਲ ਜੋੜ ਦੇਵੇ। ਤੇ ਜੇ ਮੈਨੂੰ ਜੋੜੇ ਤੇ ਮੈਂ ਉਹਦੇ ਲਈ ਕੀ ਕਰਾਂ, ਕੀ ਭੇਟ ਕਰਾਂ ਉਸ ਨੂੰ। ਕਹਿੰਦੇ ਅਗਰ ਉਹ ਮੈਨੂੰ ਜੋੜ ਦੇਵੇ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਮੈਂ ਉਹਦੇ ਚਰਨ ਸਪਰਸ਼ ਕਰਾਂ, ਚਰਨ ਪਕੜ ਲਵਾਂ, ਆਪਣੀ ਰਸਨਾ ਤੋਂ ਸ਼ੁਭ ਵਚਨ ਬੋਲਾਂ ਉਹਦੇ ਲਈ, ਭਾਵ ਉਹਦੀ ਵਡਿਆਈ ਵੀ ਕਰਾਂ। ਤੇ ਜੇ ਉਹ ਮੈਨੂੰ ਕਹੇ ਵੀ ਆਪਣੇ ਪ੍ਰਾਣ ਵੀ ਦੇ ਦੇ, ਮੈਂ ਪ੍ਰਾਣ ਵੀ ਅਕੋਰ ਭੇਟਾ ਕਰਦਿਆਂ, ਪਰ ਮੈਨੂੰ ਕੋਈ ਉਸ ਵਾਹਿਗੁਰੂ ਨਾਲ ਮਿਲਾ ਦੇਵੇ। ਇਹ ਹੈ ਉਸ ਵਾਹਿਗੁਰੂ ਨਾਲ ਮਿਲਣ ਦੀ ਤੀਵਰ ਇੱਛਾ ਤਾਂ, ਤੇ ਮਿਲਾਉਣ ਵਾਲੇ ਦੇ ਲਈ ਭਾਵਨਾ, ਇਹ ਮਨ ਵਿੱਚ ਹੈ। ਰਹਾਉ ਤੋਂ ਬਾਅਦ ਸਾਹਿਬ ਕਹਿੰਦੇ, ਮਨ ਤਨ ਨਿਰਮਲ ਕਰਤ ਕਿਆਰੋ, ਹਰਿ ਸਿੰਚੈ ਸੁਧਾ ਸੰਜੋਰ। ਮਨ ਤਨ ਨਿਰਮਲ ਕਰਤ ਕਿਆਰੋ। ਸਰੀਰਤ ਵਿੱਚ ਗੁਰੂ ਸਾਹਿਬ ਨੇ ਜਿੱਥੇ ਪਹਿਲੀ ਇੱਛਾ ਦਾ ਜ਼ਾਹਰ ਕੀਤਾ ਹੈ, ਫਿਰ ਉਹਦੀ ਵਿਧ ਦੱਸੀ ਹੈ ਵੀ ਕਿਵੇਂ ਉਹ ਮਿਲ ਸਕਦਾ ਹੈ। ਤੇ ਜੀਵ ਉਸ ਵਾਹਿਗੁਰੂ ਨਾਲ ਅਗਰ ਜੁੜਨਾ ਚਾਹੁੰਦਾ ਹੈ, ਉਹ ਇਸ ਅਵਸਥਾ ਚੋਂ ਗੁਜ਼ਰ ਕੇ ਕੀ ਅਵਸਥਾ ਪ੍ਰਾਪਤ ਕਰ ਸਕਦਾ। ਇਹ ਤਿੰਨਾਂ ਗੱਲਾਂ ਦਾ ਇਹਦੇ 'ਚ ਵਰਣਨ ਹੈ। ਹੁਣ ਇੱਛਾ ਹੈ, ਵਾਹਿਗੁਰੂ ਨੂੰ ਮਿਲਣ ਦੀ ਤਾਂਘ ਹੈ, ਪਰ ਮਨ ਤਨ ਨਿਰਮਲ ਨਹੀਂ। ਇਸੇ ਕਰਕੇ ਕਹਿ ਰਿਹਾ ਵੀ ਮਨ ਤਨ ਨਿਰਮਲ ਕਰਤ ਕਿਆਰੋ। ਮਨ ਤੇ ਤਨ ਰੂਪੀ ਇਹਨਾਂ ਦੋਨਾਂ ਨੂੰ, ਇਹ ਜਿਹੜੇ ਦੋਏ ਕਿਆਰੇ ਨੇ, ਇਹਨਾਂ ਨੂੰ ਨਿਰਮਲ ਕਰ ਲਓ। ਸਾਫ਼ ਚਾਹੀਦਾ ਹੈ, ਸ਼ੁੱਧ ਚਾਹੀਦਾ ਹੈ, ਪੱਕਾ ਚਾਹੀਦਾ ਹੈ, ਸਹੀ ਤਰੀਕਾ ਚਾਹੀਦਾ। ਇਹ ਇਸੇ ਕਰਕੇ ਫਿਰ ਵਿਧ ਬਣ ਸਕਦੀ ਹੈ। ਦੇਖੋ ਨਾ, ਮਨੁੱਖ ਅੱਜ ਤੁਸੀਂ ਦੇਖੋ ਕੋਈ ਵੀ ਚੀਜ਼ ਚਾਹੇ ਕੋਈ ਖਰੀਦੇ ਤੇ ਚਾਹੇ ਕੋਈ ਵੇਚੇ, ਹਰ ਬੰਦੇ ਦਾ ਇਹ ਹੁੰਦਾ ਵੀ ਮੈਂ ਜਦੋਂ ਕੋਈ ਚੀਜ਼ ਖਰੀਦਦਾ ਉਹਨੂੰ ਚੰਗੀ ਤਰ੍ਹਾਂ ਪਰਖ ਲਵਾਂ, ਸਹੀ ਹੈ, ਸਾਫ਼ ਹੈ, ਸ਼ੁੱਧ ਹੈ, ਪੱਕੀ ਹੈ, ਉਹਦੇ 'ਚ ਕੋਈ ਵੀਕਨੈਸ, ਕੋਈ ਕਮਜ਼ੋਰੀ ਨਾ ਹੋਵੇ, ਫਿਰ ਬੰਦਾ ਉਹਨੂੰ ਖਰੀਦਦਾ ਹੈ। ਜਿਵੇਂ ਅਸੀਂ ਕੋਈ ਦੇਖੀਏ ਕਿ ਕਿਸੇ ਭਾਂਡਾ ਅੱਗੇ ਲੈਣ ਜਾਂਦੇ ਸੀ, ਕਿਸੇ ਕੋਲੋਂ ਘੜਾ ਲੈਣਾ ਹੈ, ਕੱਚਾ ਭਾਂਡਾ, ਤੇ ਜੇ ਉਹ ਦੁਕਾਨਦਾਰ ਕੋਲ ਜਾ ਕੇ, ਕੋਈ ਬੰਦਾ ਘੁਮਿਆਰ ਕੋਲ ਜਾ ਕੇ ਭਾਂਡੇ ਖਰੀਦਦਾ ਸੀ, ਤੇ ਉਹਨੇ ਕਹਿਣਾ ਵੀ ਪੱਕਾ ਇੱਕ ਕੱਚਾ ਹੈ, ਤੇ ਉਹਨੇ ਕਹਿਣਾ ਭਾਈ ਇਹਨੂੰ ਠਣਕਾ ਕੇ ਵੇਖ। ਠਣਕਾਉਣਾ ਉਹਦੇ 'ਤੇ ਇਸ ਟਾਈਪ ਮਾਰ ਕੇ, ਉਂਗਲੀ ਠੋਲਾ ਜਿਹਾ ਮਾਰ ਕੇ ਉਹਨੂੰ ਪਰਖ ਲੈਣਾ, ਕਿਉਂਕਿ ਉਹਦੀ ਆਵਾਜ਼ ਦੱਸ ਦਿੰਦੀ ਸੀ ਵੀ ਇਹ ਕੱਚਾ ਪੱਕਾ। ਪਰ ਜੇ ਫਿਰ ਵੀ ਉਹਨੇ ਕਹਿਣਾ ਵੀ ਕੋਈ 'ਚ ਲੱਗਦਾ ਹੈ, ਤੇ ਫਿਰ ਉਸ ਘੁਮਿਆਰ ਨੇ ਗੱਲ ਕਰਨੀ, ਇਹ 'ਚ ਪਾਣੀ ਪਾ ਕੇ ਦੇਖੋ। ਅਗਰ ਪਾਣੀ ਉਸ ਵਿੱਚ ਟਿਕ ਜਾਏ
तो फिर है पक्का, तो जे बाणी ना टिकी तो फिर है कच्चा। बस इस तरह बाणी मनुख अंदर मन अंदर टिक जाए तो फिर तो पक्का, जे बाणी नहीं टिकी तो फिर है कच्चा। परखण तो यही है ना भी कच्चे तो सच्चे की परख किवें कीती जा, की पता लगे भी किहड़ा कच्चा है तो किहड़ा पक्का है। गुरु का सुभाव है तो हर बंदा चाहुंदा है भी मैं सही चीज़ लवां। जे असीं दुनिया की कोई चीज़ लईए असीं कहने देखो जी ये कोई अहमियत नहीं रद्दी जा माल बेकार जा वा, कोई चीज़ असीं खरीदीए ईवन असीं ग्रोसरी लैण जाने एक्सपायरी डेट चैक करते हैं पहला, क्यों अगर लंघ गई फिर की फायदा, बेकार है। कपड़ा देखते हैं वधिया है साफ है चंगी तरह तरीके नाल वाश करते हैं, इतने नहीं भी 2 दिन बाद ही फट जाएगा, ऐसा कुछ नहीं। हर चीज़ नूं परखदा है बंदा, परखदा है, ये भी चाहुंदा है मैनूं गुरु भी ऐसा ही मिले। क्या गुरु नहीं देखदा मैनूं भी सही चाहिदा है भांडा जिहदे विच मैं नाम टकाउणा है, मन तन निर्मल करत क्यारो, ये कच्चे पक्के नूं देखदा परखदा है। तुसीं देखो हैरानगी की गल ये है कि मनुख जिहड़ा है ना, जिवें उदों तक वो तो निर्मल तां ही होएगा ना, वो पक्का तां ही होएगा जेकर वो गुरु दी बचना ते चल रहे पक्का है। मैं पहले बेनती की जो बाणी टिक जाए फिर पक्का है, तो जे ना टके फिर बोझ लगता है। ये उस चीज़ नूं जदों गुरु दे उदेश अनुसार, गुरु दे बचना अनुसार, गुरु दी थॉट अनुसार, गुरु दे हुक्म अनुसार, गुरु दी मर्यादा अनुसार चलता है फिर पक्का है, भारा लगता है। हर एक चीज़ देखो, एक मैं छोटी जी उदाहरण दे जिवें समझ पै जाए। अंदे कोई साधु सी ते उहदे कोले अपना जिहड़ा रस्ते दा मार्ग दा कोई छतरी वगैरह चक्की है जां कोई माड़ा मोटा होर समान कोई नाल लिया है, ते जिहड़ा वो चक्की आ रहा ते पहाड़ी ते चढ़ रहा सी, ते जदों पहाड़ी ते चढ़ रहा सी साधु तो थोड़ी दूर गया, बड़ा थक गया, हफ गया, ते जिहड़े उन्हां राह पैंडियां ते रोज़ाना जाण वाले ने तुसीं देखदे हो तो वो बड़ी तेज़ी फुर्ती नाल जाते हैं। एक बच्ची जा रही है, नौजवान बच्ची, उसने अपना भरा अपने मोढियां ते चुक्या तो बड़ी तेज़ी नाल जा रही है। साधु उहदे कोल समान भी कुछ नहीं हैगा ज़्यादा, वो भी थक्या पिया है। हुण दो ही चढ़ते चढ़ते जो जा रहे सी, बच्ची कोल दी लंघण लगी, उस साधु ने उस बच्ची नूं बुला के पूछा, बेटा मैनूं एक गल दस भी तेरे कोले वजन भी तेरे जिहड़ा इन्हें चक्या बच्चे नूं तूं मोढियां ते बिठाया दौड़ी जा रहे, मेरे कोले वजन भी कोई नहीं, मैं तां भी थकी जाना चढ़ते चढ़दे। ते वो बच्ची ने जिहड़ा जवाब दिता बा कमाल सी। बच्ची कहण लगी, बाबा जी भी एक गल दसो तुहाडे कोले की आ? कहंदे मेरे कोल तां छतरी है, एक दो चीज़ां ने, बस इन्ना की भार है, बस आई कहंदी गल है। कहती तुसी जिहड़ी चीज़ चक्की हो इनू भार समझदे हो, तो जिहड़ा कुछ मैं चक्या मैनू भार नहीं समझदी, मैनू भरा समझदी है। फर्क नहीं है ना। जिहड़ी चीज़ चक्की है असीं उहनूं भार समझांगे तो फिर चक्की थोड़ी जाएगी, फिर भावें छोटी होगी। नितनेम बाणी सेवा सिमरन बंदगी आदि जे भार समझ के करांगे फिर तो औखी लगेगी ना हर एक चीज़। जिहदा किरपान भी पाई भारी लगती है जी, उपर दी कौन पाए भारी है। जे प्रेम है उहदे विच ते फिर वो चीज़ भारी नहीं लगती। यही जीवन की जांच है। हुण गुरु बाबा जी कहते दुनिया की, मैं बेनती कर रहा सी कि ये जिहड़ा असी मन तन जिहड़े साडे निर्मल होने चाहिए, पवित्र होने चाहिए, खरे होने चाहिए, गुरु नूं तां चाहिए ने। जे ये चाहुंदा है मन भी मैं उस रब नाल जुड़ा, कोई जन हरसों देवे जोर, जे मन चाहुंदा है वाहिगुरू नाल जेड़ जाना, उहदे दरम्यान आ चीज़ आउंदी है मन तन निर्मल करत क्यारो, फिर ही है ना। जे हुण कच्चा है तो फिर वो किवें जुड़ेगा? तुसीं देखो दुनिया की किसी दुकान सुनियारे कोले चले जाओ, सोना बेचना जी, वो कहूगा ठीक है ले लेना, इस खोट बड़ी है, अगर खोट है वो खोट इन्नी कट्टेगा जी। अच्छा तुसीं होर देखो कोई
ਕਿਸੇ ਕੋਲੇ ਵੀ ਚਲੇ ਜਾਇਓ, खोटी चीज़ कोई भी खरीदण नूं तैयार नहीं, एक्सपायरी चीज़ खरीदण नूं कोई भी तैयार नहीं, कहणगे थ्रो करो, सुट दो इहनूं। कोई भी बंदा किसी भी उहदे च है खोटी चीज़ नहीं लैण नूं तैयार, नहीं लैण। पर एक ऐसा दर है जिहदे कोले खोटे लै जाए तो खोटियां नूं भी खरे करदा है। सतगुर खोटियों खरे करे, गुरु का सुभाव है ना। तो जेड़ा गुरु कोले आ जाता है वह सचियारा बन जाता है, दूर कूड़ विच रहने वाला कूड़ियारा। सचियार सिख बैठे सतगुर पास। बैठना की है, नेड़ना है, जुड़ना है, जोर है। क्यों? कूड़ियारी कूड़ियार कूड़ियारी जाए रले। जिहड़ा कूड़ियार आ कूड़ियारां दे विच जा रलदा। कूड़ियारी कूड़े जिहड़ा कूड़ियार है मनुख, वो कूड़ियारी का मतलब बहुवचन है। कूड़ियार कूड़ियारी जाए रले। ते कूड़ियार ने जिहड़ा झूठा है, कच्चा है, वो कूड़ियारिਆਂ 'ਚ जाके बड़ा खुश हुंदा है। पर जिहड़ा सतगुर दी नेड़ता रखण वाला, जिहदा सतगुर नाल जोड़ है, मित्र जी का सतगुर है, तो वो बाबा जी कहते वो सतगुर के कोले है। तां कहते ने सतगुर महाराज सचियार सिख बैठे सतगुर पास। वो गुरु के नेड़े बैठता है, वो गुरु नाल जुड़िया होया है, गुरु परखता है। तो इस मैं बेनती कर रहा, दुनिया की किसी दुकान पर खोटे लै जाओ, किसी ने नहीं लेने, पर गुरु कोले खोटियों भी खरे करता है। इस वाह गुरु का खोटियों खरे करता। मेरी गल चेते आई, गुरु ग्रंथ साहब की बाणी के अंदर भगतां की बाणी है, भगतां में शोमणी भगत असीं भगत नामदेव साहब की गल करते, उन्होंने जीवन की एक छोटी जी वार्ता है। कहते भगत नामदेव जी उन्होंने घर कोई कपड़ा धवाउण आउंदा सी, कपड़े धो धाई हुंदी सी। ते एक दिन की होया, भगत जी की पत्नी कहंदी कोई आया प्राणी कपड़े दे के गया धोण वास्ते, धो दिते। ते जदों ना कपड़े धो दिते ते वो जदों देण लग्या कोई पैसा जो भी देना सी उहदा मुੱਲ वो खोटा देण लग्या। बोलने लगा कि भी ਇਹਦਾ की फायदा सी, ਕੰਮ ਕੀਤਾ ਤੇ जो पैसा सही है वो दे, तो खोटा क्यों दे रहे हैं। आखिर वो कपड़े पड़े बंदा चलिया गया, आके वो बोलने लग बोलते पैसे। तो भगत जी ने पूछा भरीए लोके की हो गया। कहते जी अज एक गाहक आया, कपड़े तो लै गया साफ सुथरे धवा के, असीं मेहनत की ते दे के गया खोटा। कहते फिर की होया, भरीए तू लै लेना सी। कहते किवें लै लैंदे इस तरह, जो काम किया तो खोटा क्यों लईए। वो कहते अज दा नहीं, ये तो रोज़ जदों भी आउंदा है खोटा ही दे के जांदा। कहते कमाल है, तुहानूं किवें पता। कहते मैनूं ये पता भी जदों भी दे के जांदा खोटे, तो मैं खोटे लै लैना। तो फिर वो फिर भगत जी अपनी सुपत्नी नूं परे लै गए। जद देखिया परे एक टोआ पटिया सी, टोआ पट के ना जो देखा, कहते उहदे विच खोटे पैसे सारे पाए हो। कहते इहदे विच सुੱਟ दे भी। कहते जदों भी कोट दे के जाता मैं इहदे विच पा देना, उपरों ढक देना। कहते क्यों। कहते कुछ तो खोट घटूगी नहीं, किसी होर नूं खोटा कर वंडेगा। ये खोटे वाला टोआ मैं सच जाणो, मैनूं इंज लगदा गुरु ग्रंथ साहिब पातशाह महाराज इत्थे खोटे जिन्ने मर्जी आ जाण सब नूं खरे करदा, खोटियों खरे करे। ये खोटे खरे करदा है, इस सुभाਅ है। एक होर बेनती नाल, गुरु का सुभाਅ है खोटियों खरे करता है, ये गुनाह नहीं देखता है। असीं पढ़ते हैं तो किन्ने साडे औगण देखदे, फिर औगण नहीं देखदा ना। जैसा बालक पाए सो पाई, लख अपराध कमावे, कर उपदेश चिड़के बहु भांति। बहुड़ पिता गल लावे, पिछले औगण बख्श लै, प्रभ आगे मार्ग पा।
ये पिछले औगण देख। गुरु कहता है ठीक है मैं तू खोटा है, मैं तेन खोटे नूं भी प्रवान, खोटे नूं भी प्रवान है, पर अगे नूं मार्ग दे, अगे नूं मन तन निर्मल करत के आरो, अगे नूं खरा होके रह। गुरु ये चाहुंदा है। असीं कहने आ गुरु तू सानू खोटियां खरे करदा रह, असीं फिर खोटे काम करदे। यही है ना, जो कह नहावन चले तीर्थी मन खोटे तन चोर। मन तो खोटा है, अंदरों खोट तो मुकदी ही नहीं है। स्वामी राम तीर्थ जी गंगा के किनारे बैठे, किसी ने पूछा तीर्थ राम तीर्थ जी ने, संत जी भी जिहड़ा ये तीर्थ है इत्थे लोग बड़े आउंदे ने, सब दे पाप उतर जाते। अगे ही धारणा होंदी सी भी सारा साल जो पाप करना करो, फिर जाके गंगा ते नहाओ, सारे सारे की पाप उतर जाते हैं, निसंग उतर जाते हैं। पर वो कहते स्वामी जी उतर जाते हैं, कहते बिल्कुल उतरते हैं, कहते फिर तो बड़ी वधिया गल। पर कहते उतर जाते ने, ये तो सबनों पता भी उतरते हैं, पर उतर के जाते कितने ने ये नहीं ना किसी को पता। वो सवाल करने वाला पूछा, कहता संत जी फिर जाते कितने ने? तो संत जी कहते जाते कितने दूर नहीं, आ जिहड़े दरख्त खड़े झाड़ फूस खड़ा ना, इन्हां दे उपर ही बैठ जाते हैं। जो बंदा नहा के आउंदा है वो फिर चिबड़ जाते हैं। ये समझाउण दा तरीका है ना कि जेड़ा बंदा महाराज कहते नहावन चले तीर्थी मन खोटे तन चोर, एक पौ लत्तियां उतरे दो पै चढ़े सहोर। ये तो नाल होर चढ़ जाते हैं। ये जिहड़ा खोटापन है, गुरु कहते मन तन निर्मल कर। गुरु मन तन निर्मल करता है। गुरु मन तन निर्मल उदों करता है जो बंदा गुरु के बचना ते पहरा दिंदा है। गुरु महाराज कहते गुरु के उपदेश नूं मनदा है, फिर वो मन तन निर्मल करत क्यारो, हर सिंचे सुधा संजोर। गुरु के जो बचन कमाउंदा है, गुरु की वार्ता नूं समझदा है, फिर महाराज कहते वो जीव खोटे तो खरा हो जाता। इसका सुभाव है। गुरु कहता जिमें ना इंज कह लो बंदा, असी देखो रोज़ का साड़ा जीवन आ, असी कदे मन च बनाइए भी अज पूरा दिन जिमें गुरु ग्रंथ साहब कहते हैं मैं उवें चलना। एक दिन का ही रस बड़ा होता है। पूरा दिन भी गुरु महाराज जिमें सानू चलाउणा चाहुंदे ने उवें असीं चलीए। भी गुरु कहता भी कदे झूठ नहीं बोलना है, किसी नाल कपट नहीं करना है, किसी नाल धोखा नहीं करना है। ये सारियां गल्लां दा ख्याल रख के पूरा दिन बतीत करना। शुरुआत होएगी अमृत वेले तो सौण तक। ये जिहड़ा गुरु के बचन जदों साडे कोले आउंदे ने, जोड़ की निशानी हो जाती है, चेहरे ते हो जाती है ना। जे बंदा जीवन बतीत करे। मैनूं एक गल चेते आई, जिमें राय बुलार जी धन गुरु नानक पातशाह जी के नेड़े रहिंदे सन। किसी ने पूछा, कहण लगे राय बुलार जी असी बचपन तो इत्थे रहने आ, तुहानूं वेखदे आ रहे हैं भी पहला नहीं सी कोई ऐसी वारता, पर हुण असीं जद तुहानूं देखदे आ तुहाडे चेहरे ते कोई जलाल जिहा है, बड़ा आनंद है, बड़ा रस है। ये क्या वार्ता है? राय बुलार जी बड़े वाजिब तरीके नाल उन्होंने जवाब दिता, कहंदे ये आनंद जिहड़ा है ना मैनू अमृत वेले तो मिलिया। अज अमृत वेले की गल की जाती, कहते जी अमृत वेला क्या होंदा है, समझो इस नुकते अमृत वेले। वैसे कहते जी जो नाम जपो अमृत वेला है, किसी वेले भी जप लो, बिल्कुल ठीक है, पर बाणी विच अमृत वेले भी वड्याया गया। बवीहा अमृत वेले बोलिया, बवीहे दोपहरे नहीं बोलते, उल्लू रात नूं बोलते, दिने नहीं बोलते। एक कंसैप्ट ने चिड़ी चौकी किहड़े जिस वक्त पौ फटाला हुंदा है, चिड़िया का चौंकड़ा हुंदा है, ये सारे दी चेतक नाल सिंबल ने। अंबां दे बूर पैंदा है, जिहड़ियां कोयलां बोलदियां ने, उन्हां दा एक सुचेत बिंब प्रतीक वरते गए ने। इस तरह अमृत वेला है। राय बुलार जी कहंदे असल विच गल की है, मैनू गुरु की बरकत मिल गई। पहला मेरा जीवन होर सी, जद तो मैं अमृत वेले कहते मैं जो सौना है, तो सानू भी किया है ना भी सौण वेले सोला पढ़ के सोया करो। असलीयत में सच्चाई है, बंदा सौण वेले
ਜਿਹੜੀ ਚੀਜ਼ ਨਾਲ ਸੌਂਦਾ ਹੈ ਉੱਠਣ ਵੇਲੇ ਉਸੇ ਨਾਲ ਜਾਗਿਆ। ਪ੍ਰੈਕਟੀਕਲ ਕਰਕੇ ਦੇਖ ਲਓ। ਜਿਸ ਚਿੰਤਾ ਨਾਲ ਜਾਗੇ ਸੋਏਗਾ ਉਸ ਚਿੰਤਾ ਨਾਲ ਉੱਠ ਖੜੇਗਾ, ਜਿਸ ਵਿਚਾਰ ਨਾਲ ਸੋਏਗਾ ਉਸੇ ਵਿਚਾਰ ਨਾਲ ਉੱਠ ਖੜੇਗਾ। ਇਹ ਤਾਂ ਕੁਦਰਤੀ ਗੱਲ ਹੈ। ਇਹ ਤਾਂ ਜਿਹੜੇ ਸਾਈਕੋ ਸਿਸਟਮ 'ਤੇ ਮੰਨਿਆ ਜਾਂਦਾ, ਰਾਤ ਨੂੰ ਸੌਣ ਲੱਗੇ ਜਿਸ ਵਿਚਾਰ ਨੂੰ ਲੈ ਕੇ ਪਵੇ। ਤਾਂ ਰਾਏ ਬੁਲਾਰ ਜੀ ਕਹਿੰਦੀ ਮੈਂ ਜਦੋਂ ਜਾਗਦਾ ਹੈ ਮੇਰਾ ਅੰਮ੍ਰਿਤ ਵੇਲਾ ਹੈ, ਜਦੋਂ ਮੈਂ ਸੌਂਦਾ ਹੈ ਕਹਿੰਦੇ ਮੈਂ ਸੋ ਜਾਊਂ ਨਾਨਕ ਗੁਰ ਕਹਿਤੇ ਕਹਿਤੇ। ਰਾਏ ਬੁਲਾਰ ਜੀ ਕਹਿੰਦੇ ਮੈਂ ਸੋ ਜਾਊਂ ਨਾਨਕ ਗੁਰ ਕਹਿਤੇ ਕਹਿਤੇ, ਖੁੱਲੇ ਮੇਰੀ ਆँख ਨਾਨਕ ਗੁਰ ਕਹਿਤੇ ਕਹਿਤੇ। ਕਹਿੰਦੇ ਜਦੋਂ ਮੈਂ ਜਾਗਦਾ ਹਾਂ ਉਦੋਂ ਵੀ ਮੇਰੇ ਮੁਖ ਚੋਂ ਨਾਨਕ ਨਾਨਕ ਆਵਾਜ਼ ਆਉਂਦੀ ਹੈ, ਨਾਨਕ ਗੁਰੂ ਆਉਂਦਾ। ਹਬੀਬੇ ਖੁਦਾ ਕੋ ਖੁਦਾ ਸਮਝਾ ਹਮਨੇ। ਹਬੀਬੇ ਦਾ ਮਤਲਬ ਹੈ ਰੱਬ ਦਾ ਮਿੱਤਰ। ਹਬੀਬ ਹੁੰਦਾ ਮਿੱਤਰ। ਹਬੀਬੇ ਖੁਦਾ ਕੋ ਰੱਬ ਦਾ ਮਿੱਤਰ। ਹਬੀਬੇ ਖੁਦਾ ਕੋ ਖੁਦਾ ਸਮਝਾ ਹਮਨੇ। ਖੁਦਾ ਮਿਲ ਗਿਆ ਨਾਨਕ ਗੁਰ ਕਹਿਤੇ ਕਹਿਤੇ। ਕਹਿੰਦੇ ਮੈਂ ਨਾਨਕ ਨਾਨਕ ਕਰਦਾ ਸੀ, ਮੈਨੂੰ ਵੀ ਰੱਬ ਮਿਲ ਗਿਆ। ਕੋਈ ਜਨ ਹਰਸੋਂ ਦੇਵੈ ਜੋਰ। ਇਹ ਐਸਾ ਜਨ ਜਦੋਂ ਜ਼ਿੰਦਗੀ 'ਚ ਆ ਜਾਏ ਕਹਿੰਦੇ ਫਿਰ ਜ਼ਿੰਦਗੀ ਰੰਗੀ ਜਾਂਦੀ ਹੈ। ਇਸ ਜ਼ਿੰਦਗੀ ਦੀ ਮੁੱਲ ਪੈ ਜਾਂਦਾ ਹੈ, ਇਹ ਖਰਾਬ ਨਹੀਂ ਹੁੰਦੀ। ਇਹ ਜਿਹੜਾ ਅਸੀਂ ਕਹਿੰਦੇ ਨਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਇਹਦੇ ਦਰਮਿਆਨ ਸੌਣ ਤੇ ਜਾਗਣ ਦੇ ਦਰਮਿਆਨ ਅੰਮ੍ਰਿਤ ਵੇਲਾ ਹੁੰਦਾ ਹੈ। ਗਵਾਇਆ ਨਹੀਂ। ਜਿਨ੍ਹਾਂ ਨੇ ਜਾਗ ਕੇ ਗੁਰੂ ਦੀ ਗੱਲ ਨੂੰ ਉਪਦੇਸ਼ ਨੂੰ ਮੰਨਿਆ ਫਿਰ ਜੀਵਨ ਸਾਰਾ ਸਫਲ ਹੋ ਜਾਂਦਾ ਹੈ। ਬੇਨਤੀ ਕਰਿਆ ਸੀ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੁਝੋ। ਹੁਣ ਜਿਹੜਾ ਮਨ ਤਨ ਨਿਰਮਲ ਹੋ ਜਾਏ ਨਾ ਕਰਤ ਕਿਆਰੋ, ਮਹਾਰਾਜ ਕਹਿੰਦੇ ਫਿਰ ਇਹਦੇ ਵਿੱਚ ਹਰ ਸਿੰਚੇ ਸੁਧਾ ਸੁਝੋ। ਇਹਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਸਿੰਜੇ। ਇਹ ਮਨ ਰੂਪੀ ਸਾਡਾ ਹਾਲੀ ਤਨ ਰੂਪੀ ਸਰੀਰ ਜਿਹੜਾ ਖੇਤ ਹੈ ਇਹਦੇ ਵਿੱਚ ਫਿਰ ਜਿਹੜਾ ਬੀਜਾਂਗੇ ਉਹੀ ਵੱਢਣਾ ਪੈਣਾ ਨਾ। ਜਿਵੇਂ ਅਸੀਂ ਪੜ੍ਹਦੇ ਹਾਂ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਕੇ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਆ ਕਿਤੇ ਬੀਜ ਬੀਜਣਾ ਆ ਜਾਏ। ਇਹ ਵਕਤ ਹੈ, ਇਹ ਸਮਾਂ ਹੈ ਜ਼ਿੰਦਗੀ ਰੂਪੀ। ਇਸ ਵਕਤ ਦੇ ਵਿੱਚ ਜਿਹੜਾ ਬੀਜੇ ਬਾਣੀ ਚਾਹੁੰਦਾ ਨਾ ਅਬ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਮਾਤਾ ਕਿਸੇ ਇਸ ਭੁਲੇਖੇ 'ਚ ਰਹਿ ਜਾਓ। ਆ ਰੁੱਤ ਹੈ ਮਨੁੱਖਾ ਜੂਨ, ਮਨੁੱਖਾ ਜਨਮ। ਇਹਦੇ ਵਿੱਚ ਤੂੰ ਹਰੀ ਦਾ ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ। ਮਨ ਤਨ ਨਿਰਮਲ ਕਰਤ ਕਿਆਰੋ ਸਿੰਚੇ ਸੁਧਾ ਸੁਜੋਰ। ਇਹ ਆ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਗੁਰੂ ਬਾਬਾ ਜੀ ਕਹਿੰਦੇ ਇਹ ਫਿਰ ਮਹਾ ਵਿਖਿਆ ਇਹੀ ਮਹਾ ਵਿਖਿਆ ਹੈ। ਗੁਰੂ ਕੀ ਕਰਦਾ ਸਾਨੂੰ ਮਹਾ ਵਿਖਿਆ ਤੋਂ ਤੋੜਦਾ ਹੈ। ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇਸ ਪਾਵਨ ਸ਼ਬਦ ਵਿੱਚ, ਉੱਪਰ ਜ਼ੋਰ ਹੈ ਤੇ ਅੱਗੇ ਜਾ ਕੇ ਤੋਰ ਹੈ। ਜਦ ਤੱਕ ਸੰਸਾਰ ਨਾਲੋਂ ਟੁੱਟਾਂਗੇ ਨਹੀਂ, ਇਹਨੂੰ ਇੰਝ ਸਮਝਣਾ, ਵਿਕਾਰਾਂ ਨਾਲੋਂ ਟੁੱਟਾਂਗੇ ਨਹੀਂ ਉਹਨਾਂ ਚਿਰ ਉਸ ਨਿਰੰਕਾਰ ਨਾਲ ਨਹੀਂ ਜੁੜ ਸਕਦੇ। ਸੰਸਾਰ ਨਾਲ ਟੁੱਟਾਂਗੇ ਨਿਰੰਕਾਰ ਨਾਲ ਜੁੜਾਂਗੇ, ਵਿਖਿਆ ਨਾਲ ਟੁੱਟਾਂਗੇ ਰਸ ਨਾਲ ਜੁੜਾਂਗੇ, ਨਾਮ ਰਸ ਨਾਲ। ਐਸੇ ਹੀ ਵਿਖਿਆ ਤੇ ਤੋਰ। ਇਹਦੇ ਸ਼ਬਦ ਬਾਣੀ 'ਚ ਤੁਸੀਂ ਪੜ੍ਹਦੇ ਸੁਣਦੇ ਜਦੋਂ ਕਹਿੰਦੇ ਨੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਵਿਖੇ ਬਨ ਫੀਕਾ त्याग री सखिए, नाम महारस पी। ये संसार रूपी जिहड़े विख ने, विखे विषय विकार ने, महाराज कहते ये फिक्का गा। महारस की है? महारस नाम। इत्थे लिखिया महाविख्या, विख्या भी विकारां दी आदत है। महाविखे काम क्रोध लोभ मोह हंकार तो, विखियन सो काहे रचियो, निमख न होए उदास।
ਗੁਰੂ ਬਾਬਾ ਜੀ ਕਹਿੰਦੇ ਇਹ ਮਹਾ ਵਿਖਿਆ ਏ। ਇਹ ਜਿਹੜੀ ਵਿਖ ਹੈ, ਇਸ ਵਿਖਿਆ ਤੋਂ ਜਦੋਂ ਟੁੱਟਾਂਗੇ ਤੇ ਫਿਰ ਉਹਦੇ ਨਾਲ ਜੁੜਾਂਗੇ। ਇੱਕ ਸ਼ਬਦ ਹੋਰ ਪੜ੍ਹਾ, ਕਈ ਵਾਰੀ ਅਸੀਂ ਪੜ੍ਹਦੇ ਸੁਣਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਬਾਬਾ ਰਵਿਦਾਸ ਜੀ ਦਾ ਸ਼ਬਦ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਜਿੱਥੇ ਜੋੜ ਬਾਣਾ ਹੁੰਦਾ ਨਾ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜ ਲਈਏ, ਮੇਰੀ ਪ੍ਰੀਤ ਤੇਰੇ ਨਾਲ ਜੁੜ ਗਈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਤੁਮ ਸਿਓ ਜੋਰ ਅਵਰ ਸੰਗ। ਅਵਰ ਕੀ ਹੈ? ਅਵਰ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨੂੰ ਟੁੱਟ ਗਈ ਮੇਰੀ। ਇਹ ਜੀ ਪ੍ਰੀਤ ਆ ਤੇਰੇ ਨਾਲ। ਜੋ ਤੁਮ ਗਿਰਵਰ ਤੋ ਹਮ ਮੁਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚੁਕੁਰਾ। ਮਾਧਵੇ ਤੁਮ ਮਨ ਤੋਰੋ ਤੋ ਹਮ ਨਹੀਂ ਤੋਰੈ। ਸਾਡੀ ਕੀ ਸਮਰੱਥਾ ਹੈ? ਤੂੰ ਆਪਣੇ ਨਾਲੋਂ ਪ੍ਰੀਤ ਜੋੜ ਲਈ, ਪਰ ਇਹ ਜੇ ਤੂੰ ਹੀ ਤੋੜ ਦਿੰਦਾ ਅਸੀਂ ਕੀ ਕਰ ਸਕਦੇ? ਸਾਡੇ ਵੱਸ ਤਾਂ ਨਹੀਂ ਹੈਗਾ। ਤੁਮ ਸਿਓ ਤੋਰ ਕਵਨ ਸਿਓ ਜੋੜ। ਜੇ ਅਸੀਂ ਤੇਰੇ ਨਾਲ ਤੋੜ ਕੇ ਫਿਰ ਕਿਹਦੇ ਨਾਲ ਜੋੜਾਂਗੇ ਸੰਸਾਰ ਦੇ ਵਿੱਚ? ਇਸ ਲਈ ਤੇਰੇ ਨਾਲ ਪ੍ਰੀਤ ਹੈ। ਪ੍ਰੀਤ ਐਸੀ ਹੈ ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਤੂੰ ਦੀਵਾ ਬਣ ਜੇ ਮੈਂ ਬੱਤੀ ਬਣ ਜਾ, ਤੂੰ ਤੀਰਥ ਹੋਵੇਂ ਮੈਂ ਯਾਤਰੀ ਹੋਵਾਂ। ਮੇਰੀ ਪ੍ਰੀਤ ਤੇਰੇ ਨਾਲ ਹੀ ਰਹੇ। ਸੱਚੀ ਪ੍ਰੀਤ ਹੈ। ਅੱਗੇ ਆ ਕੇ ਤਾਂ ਬਾਗ ਮਾਲ ਗੱਲ ਹੀ ਨਿਬੇੜ ਦਿੱਤੀ ਨਾ। ਬਾਬਾ ਰਵਿਦਾਸ ਜੀ ਕਹਿੰਦੇ ਜੈ ਜੈ ਜਾਉ ਤਹਾਂ ਤੇਰੀ ਸੇਵਾ। ਕਹਿੰਦੇ ਮੈਂ ਜਿੱਥੇ ਮਰਜੀ ਜਾਵਾਂ, ਜੈ ਜੈ ਜਾਉ, ਜਿੱਥੇ ਮਰਜੀ ਚਲਾ ਜਾਵਾਂ ਤੇਰੀ ਸੇਵਾ ਕਰਨੀ ਹੈ। ਤੁਮ ਸਿਓ ਠਾਕੁਰ ਔਰ ਨਾ ਦੇਵਾ। ਮੈਨੂੰ ਤੇਰੇ ਤੋਂ ਵੱਡਾ ਕੋਈ ਹੋਰ ਦੇਵਤਾ ਨਹੀਂ ਹੈ। ਹੈਰਾਨ ਹੁੰਦਾ ਕਿੰਨਾ ਜ਼ਿਆਦਾ ਜਿਹੜਾ ਉਸ ਵਕਤ ਦਾ ਵਰਤਾਰਾ ਹੈ, ਜਦੋਂ ਬਾਬਾ ਰਵਿਦਾਸ ਜੀ ਉਸ ਕਾਸ਼ੀ ਦੇ ਨਗਰੀ ਦੇ ਵਿੱਚ ਨੇ, ਜਿੱਥੇ ਥਾਂ ਪਰ ਥਾਂ ਮੰਦਰ ਬਣੇ ਨੇ। ਕੋਈ ਕਿਸੇ ਦਾ ਮੰਦਰ, ਕਦੇ ਕਿਸੇ ਦਾ ਮੰਦਰ, ਪਰ ਦੇਖੋ ਇੱਕ ਤੇ ਵੀ ਨਹੀਂ ਜਾਂਦੇ। ਪਰ ਕਿਹਦੇ ਮਸਤਕ, ਕਿਹਨਾਂ ਦੇ ਚਰਨਾਂ 'ਚ? ਉਸ ਰੱਬ ਜੀ ਦੇ। ਕਹਿੰਦੇ ਜੈ ਜੈ ਜਾਉ ਤਹਾਂ ਤੇਰੀ ਸੇਵਾ। ਤੁਮ ਸਿਓ ਠਾਕੁਰ ਔਰ ਨਾ ਦੇਵਾ। ਮੇਰੇ ਲਈ ਕੋਈ ਹੋਰ ਦੇਵਤਾ ਨਹੀਂ, ਬਸ ਤੂੰ ਹੀ ਮੇਰਾ ਦੇਵ ਹੈ, ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰਾ ਪ੍ਰਮਾਤਮਾ ਹੈ। ਇਸ ਲਈ ਮੇਰੀ ਪ੍ਰੀਤ ਤੇਰੇ ਨਾਲ ਹੈ। ਇਹ ਸਵਾਲ ਜਿਹਾ ਪੁੱਛਿਆ ਜਾਏ ਵੀ ਰੱਬ ਨੇ ਕਿਹਾ ਹੋਣਾ ਆ ਵੀ ਰਵਿਦਾਸ ਫਿਰ ਤੂੰ ਮੈਨੂੰ ਇੰਨਾ ਪਿਆਰ ਕਿਉਂ ਕਰਦਾ ਹੈ? ਦੂਜੇ ਦੇਵੀ ਦੇਵਤੇ ਵੀ ਨੇ, ਤੂੰ ਮੈਨੂੰ ਪਿਆਰ ਕਿਉਂ ਕਰਦਾ? ਇੰਝ ਲੱਗਦਾ ਜਵਾਬ ਹੈ ਉਹਦਾ। ਕਹਿੰਦੇ ਰੱਬ ਜੀ ਤੁਮਰੇ ਭਜਨ ਕਟੈ ਜਮ ਫਾਸਾ। ਆ ਵਿਕਾਰਾਂ ਦੀ ਫਾਸਾ ਜਿਹੜੀ ਵਿਖਿਆ, ਮਹਾ ਵਿਖਿਆ ਤੇ ਤੋੜ ਹੈ ਨਾ, ਇਹਨੂੰ ਕੋਈ ਹੋਰ ਨਹੀਂ ਤੋੜ ਸਕਦਾ। ਤੁਮਰੇ ਭਜਨ, ਰੱਬ ਜੀ ਤੇਰੇ ਭਜਨ ਦੇ ਨਾਲ, ਤੁਮਰੇ ਭਜਨ ਕਟੈ ਜਮ ਫਾਸਾ। ਇਹ ਜਮਾਂ ਵਾਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਈਰਖਾ ਚੁਗਲੀ ਦਵੈਸ਼ ਵਿਕਾਰ ਜਿਹੜੇ ਨੇ, ਇਹ ਤੇਰੇ ਭਜਨ ਦੇ ਨਾਲ ਕੱਟੇ ਜਾਂਦੇ। ਤੁਮਰੇ ਭਜਨ ਕੱਟੇ ਜਮ ਫਾਸਾ। ਫਿਰ ਇਸ ਕਰਕੇ ਭਗਤ ਹੇਤ, ਭਗਤੀ ਵਾਲਾ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਗਾਵੇ ਰਵਿਦਾਸਾ। ਇਹ ਮੈਂ ਤੈਨੂੰ ਤਾਂ ਗਾ ਰਿਹਾ, ਤੇਰੇ ਨਾਲ ਮੇਰੀ ਪ੍ਰੀਤ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਮੈਂ ਹੋਰ ਵਿਕਾਰਾਂ ਨਾਲੋਂ ਤੋੜ ਲਈ। ਮੈਂ ਬੇਨਤੀ ਇਹ ਕਰ ਰਿਹਾ ਸੀ, ਜਦੋਂ ਤੱਕ ਨਹੀਂ ਟੁੱਟੇਗੀ ਉਹਨਾਂ ਤੱਕ ਜੁੜੇਗੀ। ਜਿਸ ਸੰਸਾਰਕ ਪੱਧਰ ਤੇ ਵੀ ਦੇਖੀਏ ਨਾ, ਇਹ ਵੀ ਵਿਸਰਦਾ ਹੈ। ਜਿੱਥੇ ਇੱਕ ਜਗ੍ਹਾ ਤੇ, ਜਿਵੇਂ ਮਹਾਰਾਜ ਕਹਿੰਦੇ ਨੇ ਨਾ ਕਿ ਭਾਂਡੇ ਵਿੱਚ ਜੇ ਪਹਿਲੀ ਵਸਤੂ ਹੈ, ਉਹਦੇ ਵਿੱਚ ਦੂਜੀ ਵਸਤੂ ਕਿਵੇਂ ਸਮਾਏਗੀ? ਜਿਹਦੇ ਵਿੱਚ ਪਹਿਲਾਂ ਹੀ ਵਿਖੇ ਵਿਕਾਰ ਪਏ ਨੇ, ਉੱਥੇ ਨਾਮ ਰਸ ਕਿੱਥੇ ਆ ਜਾਏਗਾ? ਇਹਨੂੰ ਸਾਫ਼ ਕਰਨਾ ਪਏਗਾ ਭਾਂਡੇ, ਫਿਰ ਇਹਦੇ 'ਚ ਕੁਝ ਸਮਾਏਗਾ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ। ਮਹਾ ਵਿਖਿਆ, ਮਹਾ ਵਿਖਿਆ, ਮਹਾ ਰਸ ਵੀ ਹੈ, ਮਹਾ ਆਨੰਦ ਵੀ ਹੈ, ਮਹਾ ਸੁਖ ਵੀ ਹੈ। ਬੜਾ ਸ਼ਬਦ ਮਹਾ ਲੱਗਦਾ ਹੈ। ਬਾਬਾ ਜੀ ਕਹਿੰਦੇ ਇਸੇ ਤਰ੍ਹਾਂ ਵਿਖਿਆ ਤਾਂ ਹੈ, ਵਿਖਿਆ ਤੋਂ ਵੀ ਮਹਾ ਵਿਖਿਆ। ਇਹ ਜਿਹੜੀ ਵਿਖਿਆ ਹੈ ਇਹ ਰਸ ਨਹੀਂ ਹੈ। ਮਹਾਰਾਜ ਕਹਿੰਦੇ ਇਹ ਆ ਰਸ ਮੈਂ ਮਗਨ ਹੋਤ ਕਿਰਪਾ। ਜਦੋਂ ਮੈਂ ਦੁਨੀਆ ਦੇ ਵਿਕਾਰਾਂ ਦੇ ਇਹਦੇ ਰਸ ਛੱਡੇ ਨਾ, ਉਹ ਰਸ ਆਇਆ ਮੈਨੂੰ,
ये तो कमाल है, रस में मैं मगन हो गया, आनंद हो गया, रस नाल भिज गया। ऐसा रस है, ऐसा आनंद है। ਤਾਂ ਕਹਿੰਦੇ ਨੇ ਮਹਾਂ ਵੇਖਿਆ ਜਿਹੜੀ ਹੈ ਫਿਰ ਹੁਣ ਮੈਨੂੰ ਫਿੱਕੀ ਲੱਗਦੀ ਹੈ। ਇਹ ਸਾਰੇ ਵਿਸ਼ੇ ਵਿਕਾਰ ਫਿੱਕੇ ਨੇ। ਮਹਾਰਾਜ ਕਹਿੰਦੇ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਓਰ। ਅਸਲ ਸੱਚਾਈ ਇਹ ਬੰਦਾ ਜਦੋਂ ਤੱਕ ਇਹਨਾਂ ਵਿਕਾਰਾਂ ਤੋਂ नहीं टुटता, अलामतां नहीं टुटता, ਉਹਦੇ ਅੰਦਰ ਸਤ, ਸੰਤੋਖ, ਦਇਆ, ਪ੍ਰੇਮ, ਭਗਤੀ, ਸਨੇਹ, ਭਾਈਚਾਰਕ ਇਹ ਸਾਰੇ ਜਿਹੜੇ ਸਦਗੁਣ ਨੇ ਉਹ ਨਹੀਂ ਹੁੰਦੇ। ਜੇ ਅੰਦਰ ਕ੍ਰੋਧ ਬੈਠਾ ਹੈ, ਨਿਮਰਤਾ ਦੀ ਕਿੱਥੇ ਗੱਲ ਹੋ ਜਾਏਗੀ? ਜਿੱਥੇ ਈਰਖਾ ਬੈਠੀ ਹੈ ਉੱਥੇ ਪ੍ਰੇਮ ਕਿੱਥੋਂ ਜਾਗ ਜਾਏਗਾ? ਜਿੱਥੇ ਲੋਭ ਬੈਠਾ ਹੈ ਉੱਥੇ ਸੰਤੋਖ ਕਿੱਥੋਂ ਆਏਗਾ? ਇਹ ਜਿਹੜੇ ਨੇ ਨਾ, ਐਂਗਰ ਹੈ, ਲਸਟ ਹੈ, ਜਿੰਨੇ ਅਟੈਚਮੈਂਟ ਹੈ, ਈਗੋ ਹੈ, ਇਹ ਸਾਰੇ ਦੇ ਸਾਰੇ ਮਹਾਰਾਜ ਕਹਿੰਦੇ ਜਦੋਂ ਅਲਾਮਤਾਂ ਅੰਦਰ ਬੈਠੀਆਂ ਨੇ, ਮਨ ਇਹਨਾਂ ਵਿਖਿਆਂ 'ਚ ਜੁੜਿਆ ਹੋਇਆ ਮਨ, ਤੇ ਫਿਰ ਤੋਂ ਰਸ ਕਿੱਥੋਂ ਆਏ? ਨਾਮ ਦਾ ਰਸ ਕਿੱਥੋਂ ਆਏ? ਗੁਰੂ ਬਾਬਾ ਜੀ ਕਹਿੰਦੇ ਜਦੋਂ ਮੇਰਾ ਚਿੱਤ ਤੇਰੀ ओर ਹੋ ਗਿਆ, ਤੇਰੀ ਸ਼ਰਨ ਵਿੱਚ ਹੋ ਗਿਆ, ਤੇਰੇ ਵੱਲ ਹੋ ਗਿਆ, ਫਿਰ ਇਹ ਜਿਹੜੇ ਨੇ ਵਿਕਾਰਾਂ ਦੀਆਂ ਅਲਾਮਤਾਂ ਪਰੇ ਹੋ ਗਈਆਂ। ਤੇ ਫਿਰ ਕਹਿੰਦੇ ਮੈਨੂੰ ਉਹ ਸਟੇਜ, ਉਹ ਪਦ, ਉਸ ਅਵਸਥਾ ਉਹ ਪ੍ਰਾਪਤ ਹੋ ਗਈ। ਉਹ ਕਿਹੜੀ ਸੀ? ਅਭੈ ਪਦ। ਅਭੈ ਪਦ ਨਹੀਂ, ਅਭੈ ਪਦ। ਅਭੈ ਪਦ ਹੁੰਦਾ ਜਿਹੜੇ ਭੈ ਤੋਂ ਰਹਿਤ ਹੋਵੇ, ਜਿੱਥੇ ਕੋਈ ਡਰ ਨਾ ਹੋਵੇ, ਨਿਰਭਉ ਜਪੈ ਸਗਲ ਭਉ ਮਿਟੈ। ਮਹਾਰਾਜ ਕਹਿੰਦੇ ਜਿੱਥੇ ਇਹ ਨੱਬ ਦੀ ਬੰਦਗੀ ਵਾਲੇ ਨਾਮ ਦੇ ਰੱਸੀ ਵਿਕਾਰਾਂ ਨੂੰ ਛੱਡ ਕੇ ਪਹੁੰਚ ਜਾਂਦੇ ਨੇ, ਉੱਥੇ ਫਿਰ ਕੋਈ ਭੈ ਨਹੀਂ ਰਹਿੰਦਾ। ਅਭੈ ਪਦ ਦਾਨ ਸਿਮਰਨ ਸੁਆਮੀ ਕੋ। ਪ੍ਰਭੂ ਦੇ ਸਿਮਰਨ ਰਾਹੀਂ, ਉਹਦੀ ਯਾਦ ਦੇ ਰਾਹੀਂ ਮੈਨੂੰ ਇਹ ਭੈ ਪਦ ਮਿਲ ਗਿਆ। ਪ੍ਰਭ ਨਾਨਕ ਬੰਧਨ ਛੋੜ। ਫਿਰ ਲਾਸਟ ਵਿੱਚ ਕਿਹਾ ਹੈ ਜਦੋਂ ਮੇਰੇ ਬੰਧਨ ਕੱਟ ਦਿੱਤੇ, ਬੰਦਰਾਂ ਤੋਂ ਮੈਨੂੰ ਛੁਡਾ ਲਿਆ, ਫਿਰ ਮੈਂ ਉਸ ਵਾਹਿਗੁਰੂ ਦੇ ਇਸ ਪਦ ਨੂੰ ਜਿਹਨੂੰ ਮਹਾ ਰਸ ਕਿਹਾ ਹੈ, ਜਿਸ ਨੂੰ ਉਹ ਮਹਾ ਆਨੰਦ ਕਿਹਾ ਹੈ, ਜਿਸ ਨੂੰ ਅਭੈ ਪਦ ਕਿਹਾ ਹੈ, ਜਿਸ ਨੂੰ ਅਸੀਂ ਸਮਾਧ ਰੂਪ ਕਹਿੰਦੇ ਹਾਂ, ਜਿਸ ਨੂੰ ਅਸੀਂ ਸੱਚਖੰਡ ਰੂਪ ਕਹਿੰਦੇ ਹਾਂ, ਉਹ ਪਦ ਪ੍ਰਾਪਤ ਹੋ ਜਾਂਦਾ ਹੈ, ਜਿੱਥੇ ਫਿਰ ਕੋਈ ਵਿਕਾਰ ਪਹੁੰਚ ਨਹੀਂ ਸਕਦਾ। ਇਹ ਉਹਨਾਂ ਦੀ ਵਾਰਤਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਤਾਂਘ ਆਈ ਹੈ। ਕੋਈ ਜਨ ਹਰਸ਼ੋ ਦੇਵੈ ਜੋ। ਸਮਾਂ ਹੋ ਗਿਆ, ਭੁੱਲਾਂ ਨਾ ਚਿਤਾਨੀ। ਸਭਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਸ੍ਰੀ ਗੁਰੂ ਗ੍ਰੰਥ ਪਾਤਸ਼ਾਹ ਜੀ ਦਾ ਸਭ ਪ੍ਰੇਮ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ, ਸਤਿਨਾਮ ਵਾਹਿਗੁਰੂ ਜੀ।